ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਦੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੈਡਲਾਈਨਸ ਦੇ ਨਾਲ। ਐਲਬਰਟਾ ਸਰਕਾਰ ਨੇ ਕੀਤਾ ਐਲਾਨ, ਫਾਰਮੇਸੀਜ਼ ਤੇ ਹੋ ਸਕਣਗੇ ਕੋਵਿਡ-19 ਦੇ ਟੈਸਟ। ਦੱਸਾਂਗੇ ਫਿਲਹਾਲ ਕਿਹੜੇ ਸ਼ਹਿਰਾਂ ਵਿੱਚ ਲੋਕ ਫਾਰਮੇਸੀਜ਼ ਤੇ ਕਰਵਾ ਸਕਣਗੇ ਬਿਨਾਂ ਕਿਸੇ ਲੱਛਣ ਤੋਂ ਵੀ ਕੋਵਿਡ-19 ਦਾ ਟੈਸਟ। ਕੈਨੇਡਾ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਆਈ ਵਾਂਟ ਟੂ ਹੈਲਪ ਤੇ ਉੱਤੇ ਰਜਿਸਟਰ ਕਰ ਸਕਦੇ ਨੇ ਵਿਦਿਆਰਥੀ। ਗਰਮੀਆਂ ਵਿੱਚ ਵਲੰਟੀਅਰ ਕਰਨ ਤੇ 1000 ਤੋਂ $5000 ਤੱਕ ਦੀ ਮਿਲੇਗੀ ਮਦਦ। ਖਬਰਾਂ 'ਚ ਦੱਸਾਂਗੇ ਜਸਟਿਨ ਟਰੂਡੋ ਨੇ ਇਸ ਤੇ ਅੱਜ ਹੋਰ ਕੀ ਕੁਝ ਦੱਸਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਵਾਂਝੋਂ ਨੂੰ ਰਿਹਾ ਕਰਨ ਦੀ ਮੰਗ ਪੂਰੀ ਤਰ੍ਹਾਂ ਕੀਤੀ ਖਾਰਜ। ਕਿਹਾ ਜਿਹਾ ਕੀਤਾ ਤਾਂ ਭਵਿੱਖ ਵਿੱਚ ਆਪਣੀਆਂ ਗੱਲਾਂ ਮਨਵਾਉਣ ਲਈ ਹੋਰ ਕੈਨੇਡਾ ਵਾਸੀਆਂ ਨੂੰ ਵੀ ਹਿਰਾਸਤ ਵਿੱਚ ਲੈ ਸਕਦਾ ਚੀਨ। ਕੈਨੇਡਾ ਸਰਕਾਰ ਨੇ ਪ੍ਰਵਾਸੀ ਕਾਮਿਆਂ ਦੇ ਲਈ ਜਾਰੀ ਕੀਤਾ ਇੱਕ ਖਾਸ ਸੰਦੇਸ਼। ਦੱਸਾਂਗੇ ਕਿਵੇਂ ਕਿਹਾ ਕਿ ਜਿਹੜੇ ਕਾਮੇ ਕਾਗਜ਼ ਖਰਾਬ ਹੋਣ ਦੇ ਡਰੋਂ ਕੰਮ ਵਾਲੀ ਥਾਂ ਤੇ ਸਹਿੰਦੇ ਨੇ ਧੱਕਾ, ਉਹ ਕੀ ਚੁੱਕ ਸਕਦੇ ਨੇ ਕਦਮ। ਅੱਜ ਇਮੀਗ੍ਰੇਸ਼ਨ ਵਿਭਾਗ ਨੇ ਰਿਫਿਊਜੀਆਂ ਦੇ ਲਈ ਕੀਤੀ ਜਾਣਕਾਰੀ ਜਾਰੀ। ਸਾਲ 2019 ਵਿੱਚ ਕੀਤੇ ਮਦਦ ਦੇ ਐਲਾਨ ਨੂੰ ਦੁਹਰਾਇਆ ਤੇ ਦੱਸਾਂਗੇ ਕਿਹੜੇ 3 ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡਚੀਨੋ ਦੇ ਵੱਲੋਂ ਵਾਅਦੇ। ਸਰੀ ਵਿੱਚ CERB ਦੇ ਚੈੱਕ ਸਮੇਤ ਹੋਰ ਚਿੱਠੀਆਂ ਚੋਰੀ ਕਰਨ ਵਾਲਿਆਂ ਤੇ ਮਾਮਲੇ ਦਰਜ, ਪੁਲਿਸ ਨੇ ਪਛਾਣ ਵੀ ਦੱਸੀ। ਬਰਨਬੀ ਵਿੱਚ ਦੂਜੀ ਮੰਜ਼ਲ ਤੋਂ ਖਿੜਕੀ 'ਚੋਂ ਡਿੱਗਿਆ ਬੱਚਾ, ਪੁਲਿਸ ਨੇ ਮਾਪਿਆਂ ਦੇ ਲਈ ਕੀਤੀ ਚੇਤਾਵਨੀ ਜਾਰੀ। ਦੱਸਾਂਗੇ ਕੈਨੇਡਾ ਭਰ ਵਿੱਚ ਕੀ ਹੋ ਗਏ ਨੇ ਕੋਵਿਡ-19 ਨਾਲ ਸੰਬੰਧਿਤ ਅੰਕੜੇ ਤੇ ਹਰ ਸੂਬੇ ਤੋਂ ਐਕਟਿਵ ਕੇਸ ਤੇ ਮੌਤਾਂ ਦੀ ਗਿਣਤੀ। ਸਭ ਤੋਂ ਪਹਿਲਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਐਲਬਰਟਾ ਤੋਂ। ਐਲਬਰਟਾ ਦੀ ਸਿਹਤ ਅਧਿਕਾਰੀ ਨੇ ਕੋਵਿਡ-19 ਦੇ ਟੈਸਟ ਕਰਵਾਉਣ ਦੇ ਵਾਸਤੇ ਸਾਰੇ ਹੀ ਐਲਬਰਟਾ ਵਾਸੀਆਂ ਨੂੰ ਕਿਹਾ ਹੈ, ਜਿਨ੍ਹਾਂ ਦੇ ਲਈ ਸਹੂਲਤਾਂ ਵੀ ਅਜਿਹੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਕੋਵਿਡ-19 ਦੇ ਟੈਸਟ ਸੁਖਾਲੇ ਤਰੀਕੇ ਦੇ ਨਾਲ ਕਰਵਾਏ ਜਾ ਸਕਦੇ ਨੇ। ਜਲਦ ਹੀ ਫਾਰਮੇਸੀਜ਼ ਦੇ ਉੱਤੇ ਅਜਿਹੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦੇ ਨਾਲ ਕੋਵਿਡ-19 ਦੇ ਟੈਸਟ ਕਰਵਾਏ ਜਾ ਸਕਣਗੇ। ਐਡਮੰਟਨ ਤੇ ਕੈਲਗਰੀ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਐਲਬਰਟਾ ਤੋਂ ਮੁੱਖ ਸਿਹਤ ਅਧਿਕਾਰੀ ਨੇ ਖਾਸ ਜਾਣਕਾਰੀ ਅੱਜ ਜਾਰੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਲਦ ਹੀ ਕਈ ਕਮਿਊਨਿਟੀ ਫਾਰਮੇਸੀਜ਼ ਦੇ ਵਿੱਚ ਕੋਵਿਡ-19 ਦੇ ਟੈਸਟ ਕਰਨੇ ਸ਼ੁਰੂ ਕੀਤੇ ਜਾਣਗੇ। ਸਭ ਤੋਂ ਪਹਿਲਾਂ 20 ਫਾਰਮੇਸੀਜ਼ ਨੂੰ ਚੁਣਿਆ ਜਾਵੇਗਾ ਜੋ ਕਿ ਖਾਸ ਤੌਰ ਤੇ ਐਡਮੰਟਨ ਤੇ ਕੈਲਗਰੀ ਦੇ ਵਿੱਚ ਹੋਣਗੀਆਂ, ਜਿੱਥੇ ਕਿ ਹਰ ਕੋਈ ਕੋਵਿਡ-19 ਨਾਲ ਸੰਬੰਧਿਤ ਟੈਸਟ ਕਰਵਾ ਸਕਦਾ ਹੈ। ਇਸ ਦੇ ਲਈ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਵਿੱਚ ਜੇਕਰ ਕੋਈ ਲੱਛਣ ਵੀ ਨਹੀਂ ਦਿਖਾਈ ਦਿੰਦੇ ਜਾਂ ਫਿਰ ਉਹ ਕਿਸੇ ਵੀ ਕੋਵਿਡ-19 ਦੇ ਵਿਅਕਤੀ ਦੇ ਸੰਪਰਕ ਵਿੱਚ ਵੀ ਨਹੀਂ ਆਇਆ, ਪਰ ਫਿਰ ਵੀ ਉਹ ਉਹਨਾਂ ਫਾਰਮੇਸੀਜ਼ ਤੇ ਜਾ ਕੇ ਟੈਸਟ ਕਰਵਾ ਸਕਦਾ ਹੈ, ਕਿਉਂਕਿ ਸ਼ੱਕ ਕੱਢਣਾ ਬੇਹੱਦ ਜ਼ਰੂਰੀ ਹੈ। ਕਿਉਂਕਿ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਨੇ ਜਿਸ ਦੇ ਵਿੱਚ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਸਨ, ਪਰ ਫਿਰ ਵੀ ਕੋਵਿਡ-19 ਤੋਂ ਉਹਨਾਂ ਨੂੰ ਪੋਜ਼ਿਟਿਵ ਪਾਇਆ ਗਿਆ ਤੇ ਜਦੋਂ ਉਹ ਤੰਦਰੁਸਤ ਵਿਅਕਤੀ ਦੂਜੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਂਦੇ ਨੇ ਤਾਂ ਉਹ ਕਾਫੀ ਜ਼ਿਆਦਾ ਬਿਮਾਰ ਵੀ ਕਈ ਵਾਰ ਹੋ ਜਾਂਦੇ ਨੇ, ਜਿਸ ਕਰਕੇ ਜ਼ਰੂਰੀ ਹੈ ਕਿ ਹਰ ਕੋਈ ਆਪਣਾ ਟੈਸਟ ਕਰਵਾ ਲਵੇ ਤੇ ਇਸੇ ਨੂੰ ਸਥਾਈ ਬਣਾਉਣ ਦੇ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੈਸਟ ਦੀ ਪ੍ਰਕਿਰਿਆ ਨੂੰ ਸੁਖਾਲਾ ਤੇ ਲੋਕਾਂ ਤੱਕ ਪਹੁੰਚ ਸੁਖਾਲੀ ਕੀਤੀ ਜਾਵੇ। ਇੱਥੇ ਵੀ ਕਿਹਾ ਗਿਆ ਕਿ ਸ਼ੁਰੂਆਤ ਵਿੱਚ ਸਿਰਫ 20 ਫਾਰਮੇਸੀਜ਼ ਤੋਂ ਟੈਸਟ ਕਰਨੇ ਬੇਸ਼ੱਕ ਸ਼ੁਰੂ ਕੀਤੇ ਗਏ ਨੇ, ਪਰ ਇਸ ਤੋਂ ਬਾਅਦ ਹੋਰ ਜ਼ਿਆਦਾ ਗਿਣਤੀ ਦੇ ਵਿੱਚ ਵਧਾਇਆ ਜਾਵੇਗਾ ਤੇ ਨਾਲ ਹੀ ਇਹ ਸਥਾਈ ਬਣਾਇਆ ਜਾਵੇਗਾ ਕਿ ਜਿਹੜੀਆਂ ਫਾਰਮੇਸੀਜ਼ ਦੇ ਉੱਤੇ ਕੋਵਿਡ-19 ਦੇ ਟੈਸਟ ਕੀਤੇ ਜਾਣਗੇ ਉੱਥੇ ਸੁਰੱਖਿਆ ਬੇਹੱਦ ਜ਼ਿਆਦਾ ਹੋਵੇ ਤੇ ਨਾਲ ਹੀ ਕਾਫੀ ਜ਼ਿਆਦਾ ਸਿਖਲਾਈ ਵਾਲੇ ਉੱਥੇ ਵਿਅਕਤੀ ਮੌਜੂਦ ਹੋਣਗੇ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਜਾਵੇਗੀ ਕਿ ਕਿਵੇਂ ਉਹ ਸੁਰੱਖਿਆ ਨੂੰ ਸਥਾਈ ਰੱਖਦੇ ਹੋਏ ਕੋਵਿਡ-19 ਦੇ ਟੈਸਟ ਕਰ ਸਕਦੇ ਨੇ। ਐਲਬਰਟਾ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਦੇ ਕੋਵਿਡ-19 ਨਾਲ ਸੰਬੰਧੀ ਟੈਸਟ ਕੀਤੇ ਜਾ ਰਹੇ ਨੇ। ਤਾਜ਼ਾ ਜਾਣਕਾਰੀ ਮੁਤਾਬਕ ਐਲਬਰਟਾ ਵਿੱਚ ਤਾਜ਼ਾ ਐਕਟਿਵ ਮਾਮਲੇ ਨੇ ਜੋ ਉਹ 506 ਦੇ ਕਰੀਬ ਦੱਸੇ ਗਏ ਨੇ, ਜਿਸ ਦੇ ਵਿੱਚ ਜ਼ਿਆਦਾਤਰ ਨੌਜਵਾਨ ਨੇ ਜੋ ਕੋਵਿਡ-19 ਤੋਂ ਪੀੜਤ ਨੇ। ਇਸ ਦੇ ਨਾਲ ਹੀ 38 ਵਿਅਕਤੀ ਹਸਪਤਾਲ 'ਚ ਭਰਤੀ ਨੇ ਤੇ 8 ICU ਦੇ ਵਿੱਚ ਭਰਤੀ ਨੇ। ਐਲਬਰਟਾ ਸਰਕਾਰ ਦੇ ਵੱਲੋਂ ਔਸਤਨ ਉਮਰ ਵੀ ਜਾਰੀ ਕੀਤੀ ਗਈ ਹੈ। ਜਿਸ ਉਮਰ ਦੇ ਵਿਅਕਤੀ ਸਭ ਤੋਂ ਜ਼ਿਆਦਾ ਕੋਵਿਡ-19 ਦੇ ਪੀੜਤ ਪਾਏ ਗਏ ਨੇ ਉਹ 39 ਸਾਲ ਦੱਸੀ ਗਈ ਹੈ। ਇਸ ਦੇ ਨਾਲ ਹੀ ਹਰ ਜ਼ੋਨ ਦੇ ਵਿੱਚੋਂ ਜੇਕਰ ਇਸ ਸਮੇਂ ਮੌਜੂਦ ਐਕਟਿਵ ਕੇਸਿਸ ਦੀ ਗੱਲ ਕੀਤੀ ਜਾਵੇ ਤਾਂ ਐਡਮੰਟਨ ਖੇਤਰ ਵਿੱਚ ਇਸ ਸਮੇਂ ਐਕਟਿਵ ਕੇਸ ਸਭ ਤੋਂ ਜ਼ਿਆਦਾ ਨੇ, ਜਿੱਥੇ ਕਿ 237 ਮਾਮਲੇ ਐਕਟਿਵ ਹੋਣ ਦੀ ਗੱਲ ਕਹੀ ਗਈ ਹੈ। ਕੈਲਗਰੀ ਵਿੱਚ 207 ਨੇ, ਨਾਰਥ ਜ਼ੋਨ ਦੇ ਵਿੱਚ 33, ਸਾਊਥ ਜ਼ੋਨ ਦੇ ਵਿੱਚ 23, ਸੈਂਟਰਲ ਜ਼ੋਨ 'ਚ 3 ਤੇ ਬਾਕੀ ਹੋਰ ਥਾਵਾਂ ਤੋਂ ਵੀ 3 ਮਰੀਜ਼ ਕੋਵਿਡ-19 ਦੇ ਨੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਵਿਦਿਆਰਥੀਆਂ ਦੇ ਲਈ ਐਲਾਨ ਕੀਤਾ ਹੈ। ਵਿਦਿਆਰਥੀਆਂ ਦੀ ਮਦਦ ਦੇ ਵਾਸਤੇ ਉਹਨਾਂ ਨੂੰ ਗ੍ਰਾਂਟ ਦਿੱਤੀ ਜਾਵੇਗੀ ਜੋ ਵਲੰਟੀਅਰ ਕਰਨਗੇ। ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਵੈਬਸਾਈਟ ਦੇ ਉੱਤੇ ਕਿਸ ਤਰ੍ਹਾਂ ਉਸ ਦੀ ਪੂਰੀ ਜਾਣਕਾਰੀ ਹੈ ਤੇ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਉਹ ਤੁਹਾਨੂੰ ਹੁਣ ਇਸ ਰਿਪੋਰਟ ਵਿੱਚ ਦੱਸਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਆਪਣੇ ਭਾਸ਼ਣ ਵਿੱਚ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਦਾ ਐਲਾਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪੋਸਟ ਸੈਕੰਡਰੀ ਵਾਲੇ ਵਿਦਿਆਰਥੀ ਤੇ ਨਵੇਂ ਗ੍ਰੈਜੂਏਟ ਹੋਏ ਵਿਦਿਆਰਥੀ ਜੇਕਰ ਇਹਨਾਂ ਗਰਮੀਆਂ ਦੇ ਵਿੱਚ ਵਲੰਟੀਅਰ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ $1000 ਤੋਂ ਲੈ ਕੇ $5000 ਤੱਕ ਦੀ ਗ੍ਰਾਂਟ ਮਿਲੇਗੀ, ਜੋ ਕਿ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਦੇ ਅਧੀਨ ਹੋਵੇਗਾ। ਇੱਥੇ ਉਹਨਾਂ ਨੂੰ ਪੈਸੇ ਉਸ ਆਧਾਰ ਤੇ ਮਿਲਣਗੇ ਕਿ ਉਹ ਕਿੰਨੇ ਘੰਟੇ ਵਲੰਟੀਅਰ ਕੰਮ ਕਰਦੇ ਨੇ ਤੇ ਉਸੇ ਦੇ ਉੱਤੇ ਇਹ ਨਿਰਭਰ ਕਰੇਗਾ ਤੇ $5000 ਤੱਕ ਦੀ ਮਦਦ ਉਹਨਾਂ ਨੂੰ ਮਿਲੇਗੀ। ਇਸ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਵਿਦਿਆਰਥੀ ਆਈ ਵਾਂਟ ਟੂ ਹੈਲਪ ਦੇ ਉੱਤੇ ਕਲਿੱਕ ਕਰਕੇ ਅੱਗੇ ਆਪਣੀ ਜਾਣਕਾਰੀ ਭਰ ਸਕਦੇ ਨੇ, ਜਿਸ ਦੇ ਵਿੱਚ ਉਹਨਾਂ ਦਾ ਨਾਮ ਵੀ ਸ਼ਾਮਲ ਹੋ ਜਾਵੇਗਾ। ਇਸ ਤੋਂ ਬਾਅਦ ਉਹਨਾਂ ਨੂੰ ਸੰਪਰਕ ਕੀਤਾ ਜਾਵੇਗਾ ਤੇ ਉਹ ਵਲੰਟੀਅਰ ਕਰਨ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਨੇ। ਪ੍ਰਧਾਨ ਮੰਤਰੀ ਨੇ ਇੱਥੇ ਜ਼ਿਕਰ ਵੀ ਕੀਤਾ ਕਿ $14 ਮਿਲੀਅਨ ਖਰਚੇ ਜਾਣਗੇ 5000 ਮਾਈ ਟੈਕਸ ਇੰਟਰਨਸ਼ਿਪ ਕੱਢਣ ਦੇ ਵਾਸਤੇ। ਇਸ ਦੇ ਲਈ ਪੋਸਟ ਸੈਕੰਡਰੀ ਵਿਦਿਆਰਥੀ ਹਿੱਸਾ ਲੈ ਸਕਦੇ ਨੇ, ਜੋ ਕਿ ਵਿਦਿਆਰਥੀਆਂ ਦੇ ਲਈ ਪਹਿਲਾਂ ਐਲਾਨ ਕੀਤਾ ਗਿਆ ਸੀ $9 ਬਿਲੀਅਨ ਦਾ। ਉਸੇ ਪਲਾਨ ਦਾ ਇਹ ਹਿੱਸਾ ਹੈ। ਮਾਈ ਟੈਕਸ ਇੱਕ NGO ਹੈ ਜੋ ਕਿ ਯੂਨੀਵਰਸਿਟੀਜ਼ ਤੇ ਇੰਡਸਟਰੀਜ਼ ਦੇ ਦਰਮਿਆਨ ਪਾਰਟਨਰਸ਼ਿਪ ਬਣਾਉਂਦਾ ਹੈ, ਜਿਸ ਦੇ ਵਿੱਚ ਵਿਦਿਆਰਥੀ ਜੋ ਪੜ੍ਹ ਜਾਂਦੇ ਨੇ ਜਾਂ ਫਿਰ ਕਿਸੇ ਇੱਕ ਖਿੱਤੇ ਨਾਲ ਸੰਬੰਧਿਤ ਪੜ੍ਹਾਈ ਕਰ ਰਹੇ ਹੁੰਦੇ ਨੇ, ਉਹ ਅਜਿਹੀਆਂ ਇੰਡਸਟਰੀਜ਼ ਦੇ ਵਿੱਚ ਇੰਟਰਨਸ਼ਿਪ ਕਰ ਸਕਦੇ ਨੇ ਜਿੱਥੇ ਕਿ ਉਹਨਾਂ ਨੂੰ ਨੌਜਵਾਨਾਂ ਦੀ ਲੋੜ ਵੀ ਹੁੰਦੀ ਹੈ ਤੇ ਨੌਜਵਾਨਾਂ ਨੂੰ ਕਾਫੀ ਜ਼ਿਆਦਾ ਸਿੱਖਣ ਨੂੰ ਵੀ ਉੱਥੇ ਮਿਲਦਾ ਹੈ। ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੇ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਜੇਕਰ ਆਪਣੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਨੌਜਵਾਨਾਂ ਦੇ ਵਿੱਚ ਨਿਵੇਸ਼ ਕਰਨਾ ਪਵੇਗਾ। So today, we're launching the new Canada Student Service Grant, which will allow post-secondary students and recent grads to gain valuable experience while also contributing to their communities. If you're a college or university student, or if you just graduated and you decide to volunteer this summer, you could get a grant of between $1,000 and $5,000. ਇੱਥੋਂ ਦੱਸ ਦੇਵਾਂ ਕਿ canada.ca ਦੇ ਉੱਤੇ ਜਦੋਂ ਤੁਸੀਂ ਜਾਵੋਗੇ ਤਾਂ ਉਸ ਦੇ ਵਿੱਚ ਹੇਠਾਂ ਸਕਰੋਲ ਕਰਕੇ ਦੇਖੋਗੇ ਤਾਂ ਯੂਥ ਦਾ ਇੱਕ ਆਪਸ਼ਨ ਆਉਂਦਾ ਹੈ, ਉਸ ਦੇ ਉੱਤੇ ਕਲਿੱਕ ਕੀਤਾ ਜਾਵੇਗਾ ਤਾਂ ਆਈ ਵਾਂਟ ਟੂ ਹੈਲਪ ਬਿਲਕੁਲ ਹੇਠਾਂ ਜਾ ਕੇ ਤੁਹਾਨੂੰ ਲਿਖਿਆ ਹੋਇਆ ਦਿਖਾਈ ਦੇਵੇਗਾ। ਉਸ ਦੇ ਉੱਤੇ ਕਲਿੱਕ ਕਰੋਗੇ ਤਾਂ ਉੱਥੇ ਅਪਲਾਈ ਕੀਤਾ ਜਾ ਸਕਦਾ ਹੈ ਵਲੰਟੀਅਰ ਸਰਵਿਸ ਦੇ ਵਾਸਤੇ ਜੇਕਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ। ਪਰ ਇੱਥੇ ਤੁਹਾਨੂੰ ਦੱਸ ਦੇਵਾਂ ਕਿ ਇਸ ਦੇ ਵਿੱਚ ਜੋ ਯੋਗਤਾ ਹੈ ਕਿ ਕਿਹੜੇ ਵਿਦਿਆਰਥੀ ਅਪਲਾਈ ਕਰ ਸਕਦੇ ਨੇ ਉਹ ਵੀ ਲਿਖੀ ਹੋਈ ਹੈ। ਉਸ ਦੇ ਵਿੱਚ ਜੋ ਤਾਜ਼ਾ ਗ੍ਰੈਜੂਏਟ ਹੋਏ ਨੇ ਤੇ ਇਸ ਦੇ ਵਿੱਚ ਹੋਰ ਵੀ ਕਾਫੀ ਜਾਣਕਾਰੀ ਦਿੱਤੀ ਗਈ ਹੈ ਕਿ ਕਦੋਂ ਉਹ ਗ੍ਰੈਜੂਏਟ ਹੋਏ ਹੋਣੇ ਚਾਹੀਦੇ ਨੇ ਜਾਂ ਪੜ੍ਹਾਈ ਕਰ ਰਹੇ ਹੋਣੇ ਚਾਹੀਦੇ ਨੇ ਜੋ ਅਪਲਾਈ ਕਰ ਸਕਦੇ ਨੇ। ਤੇ ਸਿਰਫ ਜਿਹੜੇ PR ਨੇ, ਨਾਗਰਿਕ ਨੇ ਯਾਨੀ ਸਿਟੀਜ਼ਨ ਨੇ, ਜੋ ਫਰਸਟ ਨੇਸ਼ਨਸ ਦੇ ਨੇ ਜਾਂ ਫਿਰ ਰਿਫਿਊਜੀ ਨੇ ਤੇ ਨਾਲ ਹੀ 2 ਹੋਰ ਨੇ, ਉਹ ਹੀ ਅਪਲਾਈ ਕਰ ਸਕਦੇ ਨੇ। ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਇਹ ਪ੍ਰੋਗਰਾਮ ਨਹੀਂ ਹੈ। ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਫ਼ ਕਿਹਾ ਕਿ ਮੰਗ ਵਾਂਝੋ ਨੂੰ ਰਿਹਾ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਦਬਾਅ ਕੁਝ ਵਿਅਕਤੀਆਂ ਦੇ ਵੱਲੋਂ ਬਣਾਇਆ ਜਾ ਰਿਹਾ ਸੀ, ਜਿਸ ਦੇ ਵਿੱਚ ਰਾਜਨੀਤੀ ਨਾਲ ਸੰਬੰਧਿਤ ਵੀ ਵਿਅਕਤੀ ਸ਼ਾਮਲ ਸਨ ਤੇ ਨਾਲ ਹੀ ਹੋਰ ਕਈ ਮਾਹਰ ਜੋ ਕਿ ਕਹਿ ਰਹੇ ਸੀ ਕਿ ਜੋ ਕੈਨੇਡਾ ਵਾਸੀ ਚੀਨ ਨੇ ਹਿਰਾਸਤ ਦੇ ਵਿੱਚ ਲਏ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਨੇ, ਉਹਨਾਂ ਨੂੰ ਚੀਨ ਰਿਹਾ ਕਰ ਸਕਦਾ ਹੈ ਜੇਕਰ ਮੰਗ ਵਾਂਝੋ ਨੂੰ ਛੱਡ ਦਿੱਤਾ ਜਾਵੇ। ਪਰ ਵਾਵੇ ਦੇ ਵਿੱਤੀ ਵਿਭਾਗ ਦੀ ਮੁਖੀ ਮੰਗ ਵਾਂਝੋ ਨੂੰ ਰਿਹਾ ਕਰਨ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਾਫ਼ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਰਿਹਾ ਕੀਤਾ ਗਿਆ ਤਾਂ ਚੀਨ ਭਵਿੱਖ ਦੇ ਵਿੱਚ ਆਪਣੀਆਂ ਸ਼ਰਤਾਂ ਮਨਵਾਉਣ ਦੇ ਵਾਸਤੇ ਹੋਰ ਕੈਨੇਡਾ ਵਾਸੀਆਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਸਕਦਾ ਹੈ। ਇਸ ਦੇ ਉੱਤੇ ਜੇਕਰ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਉਸ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ। ਹੁਣ ਰੁਖ ਕਰਦੇ ਹਾਂ ਅਗਲੀ ਖਬਰ ਦੇ ਵੱਲ। ਕੈਨੇਡਾ ਸਰਕਾਰ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਕਾਮਿਆਂ ਦੇ ਵਾਸਤੇ ਜਾਣਕਾਰੀ ਜਾਰੀ ਕੀਤੀ ਗਈ ਹੈ ਜੋ ਕਿ ਕਲੋਜ਼ਡ ਵਰਕ ਪਰਮਿਟ ਦੇ ਵਿੱਚ ਹੁੰਦੇ ਨੇ। PR ਲੈਣ ਦੇ ਵਾਸਤੇ ਵਰਕ ਪਰਮਿਟ ਲੈ ਕੇ ਵੀ ਜੇਕਰ ਆਉਂਦੇ ਨੇ ਜਾਂ ਫਿਰ ਸਿਰਫ ਕੰਮ ਦੇ ਵਾਸਤੇ ਆਉਂਦੇ ਨੇ ਕੈਨੇਡਾ ਦੇ ਵਿੱਚ, ਤਾਂ ਉਹ ਜਿਹੜੇ ਇੰਪਲੋਇਰਸ ਦੇ ਨਾਲ ਕੰਮ ਕਰਦੇ ਨੇ ਜੇਕਰ ਉਹ ਇੰਪਲੋਇਰ ਉਹਨਾਂ ਨਾਲ ਧੱਕਾ ਕਰਦੇ ਨੇ, ਕੰਮ ਵਾਲੀਆਂ ਥਾਵਾਂ ਦੇ ਉੱਤੇ ਉਹਨਾਂ ਨੂੰ ਧੱਕੇ ਦਾ ਸ਼ਿਕਾਰ ਹੋਣਾ ਪੈਂਦਾ ਹੈ, ਤਾਂ ਕੈਨੇਡਾ ਸਰਕਾਰ ਨੇ ਕਿਹਾ ਕਿ ਅਜਿਹਾ ਨਾ ਸਹਿਆ ਜਾਵੇ। ਇਸ ਦੇ ਉੱਤੇ ਕੈਨੇਡਾ ਸਰਕਾਰ ਦੇ ਵੱਲੋਂ ਜੋ ਇਮੀਗ੍ਰੇਸ਼ਨ ਵਿਭਾਗ ਹੈ ਮਦਦ ਕਰਦਾ ਹੈ ਕਿ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲ ਸਕਦਾ ਹੈ।
ਇਸ ਦੇ ਵਿੱਚ ਇਹ ਵੀ ਇੱਕ ਵਿਕਲਪ ਹੁੰਦਾ ਹੈ ਕਿ ਉਹ ਆਪਣਾ ਇੰਪਲੋਇਰ ਬਦਲ ਸਕਦੇ ਨੇ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰਕੇ। ਇੱਥੇ ਇਹ ਵੀ ਹੈ ਕਿ ਜੇਕਰ ਗਲਤ ਤੌਰ ਤੇ ਸ਼ਿਕਾਇਤ ਕੀਤੀ ਜਾਵੇ ਤਾਂ ਡਿਪੋਰਟ ਵੀ ਹੋ ਸਕਦੇ ਨੇ ਵਿਅਕਤੀ। ਸ਼ਿਕਾਇਤ ਸੱਚੀ ਹੀ ਹੋਣੀ ਚਾਹੀਦੀ ਹੈ, ਜਿਸ ਦੇ ਵਿੱਚ CIC ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਦੇ ਵਿੱਚ ਦਿਖਾਇਆ ਜਾ ਸਕਦਾ ਹੈ ਜੋ ਵੀ ਤੁਹਾਡੇ ਕੋਲ ਇਸ ਨਾਲ ਸੰਬੰਧਿਤ ਸਬੂਤ ਹੋਣ ਕਿ ਤੁਹਾਡੇ ਇੰਪਲੋਇਰ ਦੇ ਵੱਲੋਂ ਕਿਸ ਤਰ੍ਹਾਂ ਤਨਖਾਹ ਨਾ ਦਿੰਦੇ ਹੋਏ ਜਾਂ ਫਿਰ ਕੰਮ ਵਾਲੀ ਥਾਂ ਤੇ ਹੋਰ ਕਿਸੇ ਤਰੀਕੇ ਨਾਲ ਤੰਗ ਕੀਤਾ ਜਾ ਰਿਹਾ ਹੈ, ਇਸ ਕਰਕੇ ਕਿ ਤੁਹਾਡੇ ਕਿਤੇ ਪੇਪਰ ਖਰਾਬ ਨਾ ਹੋ ਜਾਣ। ਇਸ ਡਰ ਦੇ ਕਾਰਨ ਹੀ ਧੱਕਾ ਨਾ ਸਹੋ, ਕੈਨੇਡਾ ਸਰਕਾਰ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ, ਕਿਉਂਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਕਾਮੇ ਇਸ ਕਰਕੇ ਧੱਕਾ ਸਹਿੰਦੇ ਨੇ ਕਿ ਕਿਤੇ ਉਹਨਾਂ ਦੀ PR ਦੇ ਵਾਸਤੇ ਕੋਈ ਦਿੱਕਤ ਨਾ ਜਾਵੇ ਜਾਂ ਉਹਨਾਂ ਦੇ ਕਾਗਜ਼ ਪੱਤਰ ਖਰਾਬ ਨਾ ਹੋ ਜਾਣ। ਪਰ ਅਜਿਹਾ ਨਹੀਂ ਹੈ। ਕੈਨੇਡਾ ਸਰਕਾਰ ਦੇ ਵੱਲੋਂ ਪੂਰੀ ਮਦਦ ਦਿੱਤੀ ਜਾਂਦੀ ਹੈ ਜਿਹੜੇ ਕਾਮਿਆਂ ਦੇ ਨਾਲ ਅਜਿਹਾ ਹੋਵੇ, ਤੇ ਸਿਰਫ ਇੰਨਾ ਹੀ ਨਹੀਂ ਸਗੋਂ ਉਹਨਾਂ ਦੇ ਇੰਪਲੋਇਰਸ ਦੇ ਉੱਤੇ ਕਾਰਵਾਈ ਵੀ ਕੀਤੀ ਜਾਂਦੀ ਹੈ। ਤੇ ਹੋ ਸਕਦਾ ਹੈ ਕਿ ਭਵਿੱਖ ਦੇ ਵਿੱਚ ਉਹਨਾਂ ਇੰਪਲੋਇਰਸ ਦੇ ਵਾਸਤੇ ਇਹ ਵੀ ਸਥਾਈ ਸਰਕਾਰ ਦੇ ਵੱਲੋਂ ਬਣਾਇਆ ਜਾਵੇ ਕਿ ਭਵਿੱਖ ਵਿੱਚ ਉਹ ਕਿਸੇ ਪ੍ਰਵਾਸੀ ਕਾਮੇ ਨੂੰ ਨਾ ਬੁਲਾ ਸਕਣ। As a migrant worker in Canada with an employer-specific work permit, you don't have to stay in an abusive workplace. You may be eligible for the Open Work Permit for vulnerable workers. This permit gives you the opportunity to find a new job with a new employer. To find out more about the Open Work Permit, visit canada.ca/vulnerable-foreign-workers. ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚਿਨੋ ਦੇ ਵੱਲੋਂ ਰਿਫਿਊਜੀਆਂ ਦੇ ਵਾਸਤੇ ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਦੇ ਉੱਤੇ ਕੰਮ ਕੀਤੇ ਜਾਣ ਤੇ 3 ਕਦਮ ਚੁੱਕੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚਿਨੋ ਦੇ ਵੱਲੋਂ ਅੱਜ ਰਿਫਿਊਜੀਆਂ ਦੇ ਬਾਰੇ ਖਾਸ ਬਿਆਨ ਜਾਰੀ ਕੀਤਾ ਗਿਆ ਹੈ। ਦਰਅਸਲ ਇਮੀਗ੍ਰੇਸ਼ਨ ਮੰਤਰੀ ਨੇ ATCR ਬੈਠਕ ਦੇ ਵਿੱਚ ਹਿੱਸਾ ਲਿਆ ਸੀ, ਜੋ ਕਿ ਆਨਲਾਈਨ ਹਿੱਸਾ ਹੀ ਲਿਆ ਗਿਆ ਸੀ, ਤੇ ਇਸ ਦੌਰਾਨ ਮਾਰਕੋ ਮੈਂਡੀਚਿਨੋ ਦੇ ਵੱਲੋਂ 3 ਕਦਮ ਚੁੱਕੇ ਜਾਣ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਹ ਕਦਮ ਉਸੇ ਤਰਜ਼ ਦੇ ਉੱਤੇ ਚੁੱਕੇ ਜਾਣੇ ਨੇ ਜੋ ਕਿ ਗਲੋਬਲ ਰਿਫਿਊਜੀ ਫੋਰਮ ਦੇ ਵਿੱਚ ਸਾਲ 2019 ਵਿੱਚ ਕੈਨੇਡਾ ਨੇ ਵਾਅਦੇ ਕੀਤੇ ਸਨ, ਤੇ ਉਸੇ ਦੇ ਉੱਤੇ ਅੱਗੇ ਵਧਣ ਦੇ ਲਈ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਇਕਨੋਮਿਕ ਮੋਬਿਲਿਟੀ ਪਾਥਵੇਜ਼ ਪ੍ਰੋਜੈਕਟ ਦੇ ਵਿੱਚ ਅਗਲੇ 2 ਸਾਲ ਤੱਕ 500 ਰਿਫਿਊਜੀਆਂ ਨੂੰ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਇੰਟਰਨੈਸ਼ਨਲ ਰਿਫਿਊਜੀ ਪ੍ਰੋਟੈਕਸ਼ਨ ਮੀਟਿੰਗਸ ਦੇ ਵਾਸਤੇ ਸਾਬਕਾ ਰਿਫਿਊਜੀਆਂ ਨੂੰ ਇਸ ਦਾ ਹਿੱਸਾ ਬਣਾਇਆ ਜਾਵੇਗਾ, ਜੋ ਕਿ ਕੈਨੇਡੀਅਨ ਡੈਲੀਗੇਸ਼ਨ ਦਾ ਹਿੱਸਾ ਹੋਣਗੇ, ਜਿਸ ਦੇ ਵਿੱਚ ਉਹ ਆਪਣੇ ਕਈ ਤਰ੍ਹਾਂ ਦੇ ਅਨੁਭਵ ਤੇ ਨਾਲ ਹੀ ਜਾਣਕਾਰੀ ਵੀ ਸਾਂਝੀ ਕਰ ਸਕਣਗੇ ਕਿ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ, ਕਿਹੋ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਨੇ ਤੇ ਕਿਹੜੀਆਂ ਚੁਣੌਤੀਆਂ ਆਉਂਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਦੇ ਉੱਤੇ ਹੱਲ ਕੱਢਣ ਦੀ ਲੋੜ ਹੈ। ਇਸ ਦੇ ਨਾਲ ਹੀ ਗਲੋਬਲ ਟਾਸਕ ਫੋਰਸ ਬਣਾਉਣ ਦੇ ਵਾਸਤੇ ਨਵੀਂ ਰਿਫਿਊਜੀ ਲੇਬਰ ਮੋਬਿਲਿਟੀ ਦੇ ਵਿੱਚ ਕੰਮ ਕੀਤਾ ਜਾਵੇਗਾ। ਇਹ 3 ਚੀਜ਼ਾਂ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਅੱਜ ਇਸ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਇਸ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਨੇ ਖਾਸ ਤੌਰ ਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਇਸ ਦੇ ਲਈ ਸਥਾਈ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜਿਹੜੇ ਵੀ ਕਦਮ ਚੁੱਕੇ ਜਾਣ ਉਹਨਾਂ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ ਜਾਵੇ ਤੇ ਉਹ ਸਹਾਇਕ ਵੀ ਸਾਬਤ ਹੋਣ। ਤੇ ਇਸ ਲਈ ਉਹਨਾਂ ਨੇ ਕਿਹਾ ਕਿ ਸਾਲ 2019 ਵਿੱਚ ਗਲੋਬਲ ਰਿਫਿਊਜੀ ਫੋਰਮ ਦੇ ਦੌਰਾਨ ਕੈਨੇਡਾ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਸੇ ਦੇ ਤਰਜ਼ ਦੇ ਉੱਤੇ ਅੱਗੇ ਇਹ ਕੰਮ ਕੀਤਾ ਜਾਵੇਗਾ। ਸਰੀ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਪ੍ਰੈਲ ਦੇ ਵਿੱਚ ਜਿਹੜੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ CERB ਦੇ ਕਈ ਚੈੱਕ ਵਿਅਕਤੀਆਂ ਨੇ ਚੋਰੀ ਕੀਤੇ ਤੇ ਜਾਲੀ ਕਾਗਜ਼ ਉਹਨਾਂ ਨੇ ਬਣਾਏ ਹੋਏ ਸੀ ਤੇ ਜਾਂ ਫਿਰ ਕਈਆਂ ਦੀਆਂ ਚਿੱਠੀਆਂ ਚੋਰੀਆਂ ਕੀਤੀਆਂ। ਉਸ ਮਾਮਲੇ ਵਿੱਚ 2 ਵਿਅਕਤੀਆਂ ਦੀ ਪਛਾਣ ਵੀ ਪੁਲਿਸ ਨੇ ਦੱਸੀ ਹੈ ਤੇ ਕਿਹਾ ਕਿ ਉਹਨਾਂ ਦੇ ਉੱਤੇ ਮਾਮਲੇ ਦਰਜ ਹੋ ਗਏ ਨੇ। ਸਰੀ RCMP ਨੇ 2 ਵਿਅਕਤੀਆਂ ਦੇ ਉੱਤੇ ਮਾਮਲੇ ਦਰਜ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ, ਜੋ ਕਿ ਸਰਕਾਰੀ ਚੈੱਕ ਚੋਰੀ ਕਰਨ ਤੇ ਹੋਰ ਨਾਲ ਕਾਗਜ਼ ਪੱਤਰ ਤੇ ਚਿੱਠੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਹੈ। ਇਸ ਤੋਂ ਪਹਿਲਾਂ ਅਪ੍ਰੈਲ 25, 2020 ਨੂੰ ਸਰੀ RCMP ਨੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੇ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਕਈ ਸਰਕਾਰੀ ਚੈੱਕ ਮਿਲੇ ਨੇ, ਜਿਸ ਦੇ ਵਿੱਚ CERB ਦੀ ਪੇਮੈਂਟ ਵੀ ਸ਼ਾਮਲ ਹੈ। $33,000 ਦੇ ਕਰੀਬ ਦੇ ਚੈੱਕ ਸਨ, ਜੋ ਕਿ ਸਰੀ ਦੀ ਕੋਵਿਡ ਕੰਪਲਾਇੰਸ ਐਂਡ ਇਨਫੋਰਸਮੈਂਟ ਟੀਮ ਦੇ ਵੱਲੋਂ ਜ਼ਬਤ ਕੀਤੇ ਗਏ ਸਨ, ਜਿਸ ਤੋਂ ਬਾਅਦ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਉਸੇ ਟੀਮ ਨੇ 30 ਸਾਲਾ ਟੇਲਰ ਮਿਸੇਨ, 35 ਸਾਲਾ ਕ੍ਰਿਸਟਾਈਨ ਗ੍ਰੈਸਬਾਏ ਦੇ ਉੱਤੇ ਮਾਮਲੇ ਦਰਜ ਕੀਤੇ ਨੇ, ਜਿਨ੍ਹਾਂ ਦੇ ਉੱਤੇ ਇੱਕ ਨਹੀਂ ਸਗੋਂ ਕਈ ਮਾਮਲੇ ਦਰਜ ਹੋਏ ਨੇ, ਜੋ ਕਿ ਸਰਕਾਰੀ ਚੈੱਕ ਚੋਰੀ ਕਰਨ ਦੇ ਨਾਲ ਸੰਬੰਧਿਤ, ਚਿੱਠੀਆਂ ਚੋਰੀ ਕਰਨ ਦੇ ਨਾਲ ਸੰਬੰਧਿਤ ਤੇ ਨਾਲ ਹੀ ਫਰਾਡ ਤੇ ਜਾਲੀ ਕਾਗਜ਼ ਪੱਤਰ ਬਣਾਉਣ ਦੇ ਨਾਲ ਸੰਬੰਧਿਤ ਨੇ। ਇਹ ਸਾਰੇ ਮਾਮਲੇ ਸਰੀ ਤੇ ਕੋਕਟਲਮ ਵਿੱਚ ਵਾਪਰੇ ਸਨ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਖਾਸ ਟੀਮ ਬਣਾਈ ਗਈ ਸੀ,
ਜਿਨ੍ਹਾਂ ਦੇ ਵੱਲੋਂ ਮਿਲ ਕੇ ਜਾਂਚ ਕੀਤੀ ਗਈ ਸੀ। ਇੱਥੇ ਜ਼ਿਕਰ ਖਾਸ ਹੈ, ਜਦੋਂ ਕੋਵਿਡ-19 ਦੇ ਬਾਰੇ ਨਵੀਆਂ ਹਦਾਇਤਾਂ ਲੱਗੀਆਂ ਤਾਂ ਉਹਨਾਂ ਹਦਾਇਤਾਂ ਦੇ ਲੱਗਣ ਦਾ ਕਈ ਵਿਅਕਤੀਆਂ ਦੇ ਵੱਲੋਂ ਫਾਇਦਾ ਵੀ ਚੁੱਕਿਆ ਗਿਆ ਸੀ। ਇਹ ਉਸੇ ਸਮੇਂ ਮਾਮਲੇ ਸਾਹਮਣੇ ਆਏ ਸਨ ਜਦੋਂ ਕੋਵਿਡ-19 ਦੇ ਨਾਲ ਸੰਬੰਧਿਤ ਬਹੁਤ ਸਾਰੇ ਫਰਾਡ ਦੇ ਮਾਮਲੇ ਵੀ ਸਾਹਮਣੇ ਆ ਰਹੇ ਸੀ। ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਪਾਰਸਲ ਤੇ ਚਿੱਠੀਆਂ ਚੋਰੀਆਂ ਕੀਤੀਆਂ ਜਾ ਰਹੀਆਂ ਸਨ। ਇੱਥੇ ਜ਼ਿਕਰਯੋਗ ਹੈ ਕਿ ਸਰਕਾਰ ਦੇ ਵੱਲੋਂ ਜਿਹੜੀ ਵਿੱਤੀ ਮਦਦ ਲੋਕਾਂ ਨੂੰ ਦਿੱਤੀ ਜਾ ਰਹੀ ਸੀ ਕੋਵਿਡ-19 ਦੇ ਕਰਕੇ, ਸ਼ੁਰੂਆਤ ਵਿੱਚ ਉਸ ਦੇ ਨਾਲ ਵੀ ਫਰਾਡ ਹੋਏ ਤੇ ਉਸੇ ਦੇ ਕੁਝ ਚੈੱਕ ਵੀ ਚੋਰੀ ਕੀਤੇ ਗਏ ਸੀ। ਤੇ ਨਾ ਸਿਰਫ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਸਮੇਂ ਦੀ ਮਦਦ ਦੇ ਸੰਬੰਧੀ ਉਹ ਚੈੱਕ ਸਨ, ਸਗੋਂ ਵੈਸੇ ਵੀ ਸਰਕਾਰ ਵੱਲੋਂ ਜੋ ਪੇਮੈਂਟਸ ਦਿੱਤੀਆਂ ਜਾਂਦੀਆਂ ਨੇ ਉਸ ਦੇ ਨਾਲ ਸੰਬੰਧਿਤ ਚੈੱਕ ਵੀ ਸਨ ਜਿਨ੍ਹਾਂ ਨੂੰ ਚੋਰੀ ਕੀਤਾ ਗਿਆ। ਇਸ ਦੌਰਾਨ ਸਰੀ RCMP ਨੇ ਕਿਹਾ ਕਿ ਜੇਕਰ ਤੁਹਾਨੂੰ ਆਪਣੇ ਨਾਲ ਦੁਆਲੇ ਕੋਈ ਵੀ ਸ਼ੱਕੀ ਵਿਅਕਤੀ ਦਿਖਦਾ ਹੈ ਤਾਂ ਤੁਰੰਤ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਉਹਨਾਂ ਨੂੰ ਜਾਣਕਾਰੀ ਦੇਣ ਵਾਸਤੇ 6045990502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਬਰਨਬੀ RCMP ਦੇ ਵੱਲੋਂ ਸਾਰੇ ਹੀ ਮਾਪਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਛੋਟੇ ਬੱਚਿਆਂ ਦਾ ਧਿਆਨ ਰੱਖਣ ਦੇ ਵਾਸਤੇ ਤੇ ਆਖਿਰ ਕਿਹੜੇ ਕਦਮ ਨੇ ਜਿਹੜੇ ਜ਼ਰੂਰੀ ਚੁੱਕਣੇ ਚਾਹੀਦੇ ਨੇ ਘਰ ਵਿੱਚ, ਉਹਨਾਂ ਦੇ ਬਾਰੇ ਦੱਸਿਆ। ਉਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਦੋਂ ਬਰਨਬੀ ਦੇ ਵਿੱਚ ਦੂਜੀ ਮੰਜ਼ਲ ਤੋਂ ਇੱਕ ਬੱਚਾ ਹੇਠਾਂ ਡਿੱਗ ਗਿਆ। ਬਰਨਬੀ RCMP ਦੇ ਵੱਲੋਂ ਮਾਪਿਆਂ ਦੇ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਨਾਲ ਹੀ ਸਾਂਝਾ ਕੀਤਾ ਹੈ ਕਿ ਬਰਨਬੀ ਵਿੱਚ ਇੱਕ ਘਰ ਦੇ ਵਿੱਚੋਂ ਦੂਜੀ ਮੰਜ਼ਲ ਤੋਂ ਬੱਚੇ ਨੇ ਹੇਠਾਂ ਛਾਲ ਮਾਰ ਦਿੱਤੀ। ਦਰਅਸਲ ਖਿੜਕੀ ਦੇ ਵਿੱਚੋਂ ਬੱਚੇ ਨੇ ਛਾਲ ਮਾਰੀ ਬੁੱਧਵਾਰ ਦੇ ਦਿਨ ਤੇ 20 ਫੁੱਟ ਦੀ ਉਚਾਈ ਸੀ ਜਿਸ ਤੋਂ ਬੱਚਾ ਹੇਠਾਂ ਡਿੱਗਿਆ। ਬੱਚੇ ਦੀ ਉਮਰ 3 ਸਾਲ ਦੱਸੀ ਗਈ ਹੈ। ਦਰਅਸਲ ਮਾਪੇ ਬੱਚੇ ਨੂੰ ਸੁਲਾਉਣ ਲੱਗੇ ਸੀ ਤਾਂ ਉਹ ਇੱਕਦਮ ਬਾਹਰ ਚਲਿਆ ਗਿਆ। ਮਾਪਿਆਂ ਨੂੰ ਪਤਾ ਨਹੀਂ ਲੱਗਿਆ ਤੇ ਉਸ ਦੌਰਾਨ ਉਹ ਖਿੜਕੀ ਦੇ ਵਿੱਚ ਚਲਿਆ ਗਿਆ ਤੇ ਬੱਚੇ ਨੇ ਹੇਠਾਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਬੱਚੇ ਦੇ ਥੋੜੀਆਂ ਹੀ ਸੱਟਾਂ ਲੱਗੀਆਂ ਨੇ, ਉਹ ਬਚ ਗਿਆ, ਪਰ ਇਹ ਕਾਫੀ ਖਤਰਨਾਕ ਸਾਬਤ ਹੋ ਸਕਦਾ ਸੀ, ਜਿਸ ਦੇ ਕਰਕੇ ਪੁਲਿਸ ਨੇ ਉਹਨਾਂ ਸਾਰੇ ਮਾਪਿਆਂ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ ਜਿਨ੍ਹਾਂ ਦੇ ਛੋਟੇ ਬੱਚੇ ਨੇ, ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਹੀ ਮਾਪੇ ਆਪਣੇ ਘਰਾਂ ਦੇ ਵਿੱਚ ਇੱਕ ਵਾਰ ਚੁਫੇਰੇ ਪੂਰੇ 5 ਮਿੰਟ ਧਿਆਨ ਨਾਲ ਦੇਖਣ ਕਿ ਕੋਈ ਵੀ ਅਜਿਹੀ ਚੀਜ਼ ਤਾਂ ਨਹੀਂ ਹੈ ਜਿੱਥੇ ਬੱਚਾ ਪਹੁੰਚ ਸਕਦਾ ਹੈ ਤੇ ਉਸੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਖਾਸ ਤੌਰ ਦੇ ਉੱਤੇ ਖਿੜਕੀਆਂ ਤੋਂ ਬਾਹਰ ਬੱਚਾ ਕਾਫੀ ਸੁਖਾਲੇ ਤਰੀਕੇ ਨਾਲ ਨਿਕਲ ਜਾਂਦਾ ਹੈ। ਇਸ ਦੌਰਾਨ ਬੱਚਿਆਂ ਦੇ ਵਾਸਤੇ ਪੁਲਿਸ ਨੇ ਇਹ ਵੀ ਕਿਹਾ ਕਿ ਇਹ ਨਾ ਸੋਚਿਆ ਜਾਵੇ ਕਿ ਉਹਨਾਂ ਦਾ ਬੱਚਾ ਬਹੁਤ ਛੋਟਾ ਹੈ, ਉਹ ਹਜੇ ਉੱਪਰ ਨਹੀਂ ਕਿਸੇ ਚੀਜ਼ ਦੇ ਜਾ ਸਕਦਾ, ਖਿੜਕੀ ਤੱਕ ਨਹੀਂ ਪਹੁੰਚ ਸਕਦਾ, ਜਿਸ ਦੇ ਵਿੱਚ ਪੁਲਿਸ ਨੇ ਕਿਹਾ ਕਿ ਬੱਚੇ ਕਿਸੇ ਵੀ ਚੀਜ਼ ਦਾ ਜਾਂ ਕੁਰਸੀ ਖਿੱਚ ਕੇ ਜਾਂ ਫਿਰ ਕਿਸੇ ਵੀ ਚੀਜ਼ ਦੀ ਉਚਾਈ ਬਣਾ ਕੇ ਆਪਣੇ ਉੱਪਰ ਜਾਣ ਦੀ ਥਾਂ ਬਣਾ ਲੈਂਦੇ ਨੇ, ਜਿਸ ਕਰਕੇ ਬੇਹੱਦ ਇਸ ਦੇ ਉੱਤੇ ਧਿਆਨ ਦਿੱਤਾ ਜਾਵੇ। ਨਾਲ ਹੀ ਪੁਲਿਸ ਨੇ ਕਿਹਾ ਕਿ ਜਿਹੜੇ ਬੱਚੇ ਹਜੇ ਤੁਰਨ ਨਹੀਂ ਲੱਗੇ ਉਹਨਾਂ ਨੂੰ ਲੈ ਕੇ ਮਾਪੇ ਕਈ ਵਾਰ ਅਣਗਹਿਲੀ ਕਰ ਦਿੰਦੇ ਨੇ ਕਿ ਉਹ ਉਚਾਈ ਤੱਕ ਨਹੀਂ ਪਹੁੰਚ ਸਕਦੇ, ਪਰ ਇਸ ਦੇ ਲਈ ਪੁਲਿਸ ਨੇ ਕਿਹਾ ਕਿ ਉਹ ਅਜਿਹੇ ਕੰਮ ਵੀ ਕਰ ਸਕਦੇ ਨੇ। ਕਦੀ ਵੀ ਇਹ ਨਾ ਸਮਝਿਆ ਜਾਵੇ ਕਿ ਉਹਨਾਂ ਦਾ ਬੱਚਾ ਇਸ ਖਤਰੇ ਦੇ ਕੋਲ ਨਹੀਂ ਪਹੁੰਚ ਸਕਦਾ, ਜਿਸ ਕਰਕੇ ਸਾਰੀਆਂ ਖਿੜਕੀਆਂ ਨੂੰ ਸੁਰੱਖਿਅਤ ਬਣਾ ਕੇ ਰੱਖਿਆ ਜਾਵੇ। ਤੇ ਸਭ ਤੋਂ ਜ਼ਰੂਰੀ ਹੈ ਕਿ ਜਦੋਂ ਵੀ ਬੱਚਾ ਖੇਡ ਰਿਹਾ ਹੋਵੇ ਜਾਂ ਕੁਝ ਵੀ ਕਰ ਰਿਹਾ ਹੋਵੇ ਉਸ ਨੂੰ ਕਦੇ ਵੀ ਇਕੱਲਾ ਨਾ ਛੱਡੋ, ਖਾਸ ਤੌਰ ਦੇ ਉੱਤੇ ਜਦੋਂ ਉਹ ਬਾਲਕਨੀਜ਼ ਤੇ ਡੈਕਸ ਦੇ ਉੱਤੇ ਖੇਡ ਰਿਹਾ ਹੋਵੇ। ਇਸ ਦੇ ਲਈ ਪੁਲਿਸ ਨੇ ਇਹ ਵੀ ਕਿਹਾ ਕਿ ਘਰ ਦੇ ਵਿੱਚ ਖਿੜਕੀਆਂ ਦੇ ਉੱਤੇ ਸੇਫ ਗਾਰਡ ਜੋ ਵਿੰਡੋ ਗਾਰਡਸ ਹੁੰਦੇ ਨੇ ਉਹ ਜ਼ਰੂਰ ਲਾਏ ਜਾਣ ਤਾਂ ਕਿ ਬੱਚਿਆਂ ਦੀ ਸੁਰੱਖਿਆ ਨੂੰ ਸਥਾਈ ਬਣਾਇਆ ਜਾ ਸਕੇ। ਤੇ ਇਸ ਦੇ ਵਾਸਤੇ ਜੇਕਰ ਹੋਰ ਜਾਣਕਾਰੀ ਲੈਣੀ ਹੈ ਕਿ ਕਿਸ ਤਰ੍ਹਾਂ ਘਰ ਵਿੱਚ ਚੀਜ਼ਾਂ ਨੂੰ ਬੱਚਿਆਂ ਦੇ ਵਾਸਤੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ, ਉਸ ਦੇ ਲਈ ਵੈਬਸਾਈਟਸ ਵੀ ਵੱਖਰੀਆਂ ਇਸ ਸੰਬੰਧੀ ਜਾਣਕਾਰੀਆਂ ਦਿੰਦੀਆਂ ਨੇ ਤੇ ਬਰਨਬੀ RCMP ਦੇ ਵੱਲੋਂ ਵੀ ਹੋਰ ਜ਼ਿਆਦਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੋ ਇਹ ਤਾਜ਼ਾ ਮਾਮਲਾ ਵਾਪਰਿਆ ਉਸ ਦੇ ਵਿੱਚ ਬਰਨਬੀ RCMP ਨੇ ਕਿਹਾ ਕਿ ਵਿਕਟਿਮ ਸਰਵਿਸਿਜ਼ ਯੂਨਿਟ ਮਾਪਿਆਂ ਦੀ ਮਾਨਸਿਕ ਸਥਿਤੀ ਠੀਕ ਕਰਨ ਦੇ ਵਿੱਚ ਲੱਗੀ ਹੋਈ ਹੈ। ਅਗਲੀ ਖਬਰ ਰਿਚਮੰਡ ਤੋਂ ਹੈ। ਰਿਚਮੰਡ ਦੇ ਵਿੱਚ ਪੁਲਿਸ ਅਧਿਕਾਰੀ ਦੇ ਉੱਤੇ ਇੱਕ ਵਿਅਕਤੀ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ, ਜਿਸ ਨੂੰ ਕਿ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਰਿਚਮੰਡ RCMP ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਵਿਅਕਤੀ ਦੇ ਖਿਲਾਫ ਵਾਰੰਟ ਨਿਕਲੇ ਹੋਏ ਸਨ ਤੇ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਪੁਲਿਸ ਅਧਿਕਾਰੀ ਪਹੁੰਚੇ ਤਾਂ ਉਸਨੇ ਪੁਲਿਸ ਅਧਿਕਾਰੀ ਦੇ ਉੱਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਮਾਮਲਾ ਜੂਨ 23, 2020 ਨੂੰ ਸ਼ਾਮ ਦੇ 7 ਵਜੇ ਦੇ ਕਰੀਬ ਦਾ ਹੈ, ਜਦੋਂ 2 ਰਿਚਮੰਡ RCMP ਤੋਂ ਅਧਿਕਾਰੀ 6000 ਬਲਾਕ ਦੇ ਉੱਤੇ ਇੱਕ ਘਰ ਵਿੱਚ ਗ੍ਰਿਫਤਾਰੀ ਦੇ ਲਈ ਪਹੁੰਚੇ ਤਾਂ ਉੱਥੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਉਹਨਾਂ ਨੇ ਜਦੋਂ ਕੋਸ਼ਿਸ਼ ਕੀਤੀ, ਜੋ ਕਿ ਜੂਨ 12, 2020 ਤੋਂ ਵਾਂਟਡ ਸੀ ਤੇ
ਜ਼ਮਾਨਤ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਤਹਿਤ ਉਸ ਦੇ ਖਿਲਾਫ ਵਾਰੰਟ ਜਾਰੀ ਹੋਏ ਸਨ, ਜਿਸ ਤੋਂ ਬਾਅਦ ਜੂਨ 23 ਨੂੰ ਉਸ ਨੂੰ ਜਦੋਂ ਗ੍ਰਿਫਤਾਰ ਕਰਨ ਦੇ ਵਾਸਤੇ ਅਧਿਕਾਰੀ ਪਹੁੰਚੇ ਤਾਂ ਉਸ ਮੌਕੇ ਅਧਿਕਾਰੀ ਉਸ ਵਿਅਕਤੀ ਦੇ ਨਾਲ ਗੱਲ ਕਰ ਰਹੇ ਸਨ ਤੇ ਉਸ ਨੂੰ ਗ੍ਰਿਫਤਾਰ ਕਰਨ ਲੱਗੇ ਸੀ ਤਾਂ ਇੱਕਦਮ ਉਹ ਉੱਥੋਂ ਭੱਜ ਗਿਆ ਤੇ ਉਸਨੇ ਭੱਜਣ ਸਮੇਂ ਇੱਕ ਅਧਿਕਾਰੀ ਦੇ ਉੱਤੇ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਦੇ ਮੂੰਹ ਦੇ ਉੱਤੇ ਵੀ ਉਸਨੇ ਮਾਰਿਆ ਤੇ ਨਾਲ ਹੀ ਸਿਰ ਦੇ ਉੱਤੇ, ਜਿਸ ਤੋਂ ਬਾਅਦ ਤੁਰੰਤ ਅਧਿਕਾਰੀ ਉਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਤਾਂ ਰਹੇ, ਪਰ ਇੱਕ ਪੁਲਿਸ ਵਾਲਾ ਜ਼ਿਆਦਾ ਜ਼ਖਮੀ ਹੋ ਗਿਆ ਸੀ, ਜਿਸ ਨੂੰ ਤੁਰੰਤ BC ਐਂਬੂਲੈਂਸ ਸਰਵਿਸ ਦੇ ਤਹਿਤ ਹਸਪਤਾਲ 'ਚ ਪਹੁੰਚਾਇਆ ਗਿਆ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ, ਜਿਸ ਦਾ ਕਿ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਪ੍ਰੋਸੀਕਿਊਸ਼ਨ ਸਰਵਿਸ ਆਫ BC ਨੇ ਉਸ ਵਿਅਕਤੀ ਦੇ ਉੱਤੇ ਇੱਕ ਮਾਮਲਾ ਦਰਜ ਹੋਰ ਕਰ ਦਿੱਤਾ ਹੈ, ਜਿਸ ਦੀ ਪਛਾਣ 32 ਸਾਲਾ ਮੁਹੰਮਦ ਵਾਲਿਦ ਸੈਕਰ ਦਕਾਮਾ ਦੇ ਵਜੋਂ ਹੋਈ ਹੈ, ਜੋ ਕਿ ਰਿਚਮੰਡ ਦਾ ਰਹਿਣ ਵਾਲਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜੂਨ ਦੇ ਵਿੱਚ ਸਕੂਲ ਖੋਲ੍ਹੇ ਤੇ ਸਕੂਲ ਖੋਲ੍ਹਣ ਤੋਂ ਬਾਅਦ ਆਖਿਰ ਕਿੰਨੀ ਗਿਣਤੀ 'ਚ ਵਿਦਿਆਰਥੀ ਪਹੁੰਚੇ ਤੇ ਕਿਵੇਂ ਇਹ ਪੂਰੀ ਪ੍ਰਕਿਰਿਆ ਰਹੀ, ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਕੂਲਾਂ ਨੂੰ ਤੇ ਸਰਕਾਰ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਸਤੰਬਰ ਮਹੀਨੇ ਜਦੋਂ ਜਮਾਤਾਂ ਸ਼ੁਰੂ ਹੋਣੀਆਂ ਨੇ ਤਾਂ ਉਸ ਸਮੇਂ ਦੇ ਲਈ ਬੱਚਿਆਂ ਦੀ ਤੇ ਜੋ ਸਟਾਫ ਹੈ ਉਸ ਦੀ ਸੁਰੱਖਿਆ ਦੇ ਵਾਸਤੇ ਕਿਹੜੇ ਕਦਮ ਚੁੱਕੇ ਜਾਣ ਦੀ ਲੋੜ ਪਵੇਗੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਸ਼ਲਾਘਾ ਕੀਤੀ ਗਈ ਹੈ ਉਸ ਫੈਸਲੇ ਦੀ, ਜੋ ਕਿ ਸਕੂਲਾਂ ਨੂੰ ਕੁਝ ਸਮੇਂ ਵਾਸਤੇ ਖੋਲ੍ਹਣਾ 1 ਹਫ਼ਤੇ ਦੇ ਵਿੱਚ ਲਿਆ ਗਿਆ ਸੀ। ਜੂਨ ਵਿੱਚ ਸਕੂਲਾਂ ਦੇ ਮੁੜ ਚਾਲੂ ਹੋਣ ਦੇ ਨਾਲ ਤਕਰੀਬਨ 2 ਲੱਖ ਵਿਦਿਆਰਥੀ ਸੁਰੱਖਿਅਤ ਢੰਗ ਨਾਲ ਕਲਾਸਰੂਮਸ ਦੇ ਵਿੱਚ ਵਾਪਸ ਪਰਤੇ, ਜਿਸ ਨਾਲ ਸੂਬੇ ਤੇ ਨਵੀਂ ਨਿਯੁਕਤ ਐਜੂਕੇਸ਼ਨ ਸਟੀਅਰਿੰਗ ਕਮੇਟੀ ਨੂੰ 2020-21 ਸਕੂਲ ਵਰ੍ਹੇ ਦੀ ਤਿਆਰੀ ਦੇ ਲਈ ਮਹੱਤਵਪੂਰਨ ਹੋਰ ਜ਼ਿਆਦਾ ਜਾਣਕਾਰੀ ਵੀ ਮਿਲੀ ਹੈ। ਇਸ ਤੋਂ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਹੋਰ ਜ਼ਿਆਦਾ ਸਮਝ ਆ ਗਿਆ ਕਿ ਕਿਸ ਤਰ੍ਹਾਂ ਜਦੋਂ ਸਤੰਬਰ ਦੇ ਵਿੱਚ ਕਲਾਸਾਂ ਸ਼ੁਰੂ ਹੋਣੀਆਂ ਨੇ ਫੈਸਲੇ ਲਏ ਜਾ ਸਕਦੇ ਨੇ। ਇਸ ਸੰਬੰਧੀ ਸਿੱਖਿਆ ਮੰਤਰੀ ਰੌਬ ਫਲੇਮਿੰਗ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸੂਬੇ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਪਰਿਵਾਰਾਂ ਦੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਇਸ ਦੌਰਾਨ ਸਾਂਝੀਆਂ ਕੀਤੀਆਂ ਗਈਆਂ ਨੇ ਕਲਾਸਰੂਮਸ ਦੇ ਵਿੱਚ, ਜਦੋਂ ਅਧਿਆਪਕ ਤੇ ਬੱਚੇ ਮੁੜ ਤੋਂ ਇਕੱਠੇ ਹੋਏ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਸਿੱਖਿਆ ਕਿ ਕਿਸ ਤਰ੍ਹਾਂ ਜੇਕਰ ਸਕੂਲ ਨਾ ਆ ਸਕਣ ਇੱਕ ਦੂਜੇ ਨਾਲ ਜੁੜੇ ਰਹਿਣਾ ਹੈ। ਇਸ ਦੇ ਵਿੱਚ ਉਹਨਾਂ ਕਿਹਾ ਕਿ ਜੂਨ ਵਿੱਚ ਸਕੂਲਾਂ ਦੇ ਮੁੜ ਚਾਲੂ ਹੋਣ ਦੀ ਸਫਲਤਾ ਦੇ ਨਾਲ ਜੋ ਸਿੱਖਿਆ ਗਿਆ ਹੈ ਉਹ ਸਤੰਬਰ ਵਿੱਚ ਜਮਾਤਾਂ ਦੇ ਵਿੱਚ ਹੋਰ ਵਧੇਰੇ ਵਿਦਿਆਰਥੀਆਂ ਦੀ ਯੋਜਨਾਬੰਦੀ 'ਚ ਸਹਾਈ ਹੋਵੇਗਾ। 1 ਜੂਨ ਨੂੰ ਸਾਰੇ ਕਿੰਡਰਗਾਰਟਨ ਤੋਂ ਗ੍ਰੇਡ 5 ਦੇ ਵਿਦਿਆਰਥੀਆਂ ਕੋਲ ਅੱਧੇ ਸਮੇਂ ਦੇ ਲਈ ਸਕੂਲ ਜਾਣ ਦਾ ਵਿਕਲਪ ਸੀ, ਜਦਕਿ ਗ੍ਰੇਡ 6 ਤੋਂ 12 ਦੇ ਵਿਦਿਆਰਥੀਆਂ ਕੋਲ ਹਫ਼ਤੇ ਵਿੱਚ ਇੱਕ ਵਾਰ ਦੇ ਬਰਾਬਰ ਸਕੂਲ ਆਉਣ ਦਾ ਵਿਕਲਪ ਸੀ। ਇਸ ਸਮੇਂ ਦੌਰਾਨ ਕਿੰਡਰਗਾਰਟਨ ਤੋਂ ਗ੍ਰੇਡ 5 ਦੇ ਵਿਦਿਆਰਥੀਆਂ ਦੀ ਸੰਖਿਆ 50% ਤੱਕ ਸੀਮਤ ਰਹੀ ਤੇ ਗ੍ਰੇਡ 6 ਤੋਂ 12 ਦੇ ਵਿਦਿਆਰਥੀਆਂ ਦੀ ਸੰਖਿਆ 20% ਤੱਕ ਸੀਮਤ ਸੀ। ਇਸ ਦੇ ਨਾਲ ਹੀ ਜੋ ਐਸੈਂਸ਼ੀਅਲ ਕੰਮੇ ਨੇ ਤੇ ਉਹਨਾਂ ਦੇ ਬੱਚੇ ਨੇ ਤੇ ਨਾਲ ਹੀ ਜਿਹੜੇ ਬੱਚਿਆਂ ਨੂੰ ਹੋਰ ਜ਼ਿਆਦਾ ਸਹਾਇਤਾ ਦੀ ਲੋੜ ਪੈਂਦੀ ਹੈ ਉਹ ਪੂਰਾ ਸਮਾਂ ਸਕੂਲ ਆ ਸਕਦੇ ਸਨ। ਮਾਪਿਆਂ ਨੇ ਵੀ ਭਰੋਸਾ ਕਰਕੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਿਆ ਤੇ ਸਕੂਲਾਂ ਦੇ ਵਿੱਚ ਵੀ ਸੁਰੱਖਿਆ ਨੂੰ ਸਥਾਈ ਬਣਾਇਆ ਗਿਆ ਸੀ ਤੇ ਕੋਈ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਜਿਸ ਦੇ ਕਰਕੇ ਬੱਚਿਆਂ ਦੇ ਲਈ ਖਤਰਾ ਪੈਦਾ ਹੋਇਆ ਹੋਵੇ। ਇੱਕ ਸਕੂਲ ਦੇ ਵਿੱਚ ਇੱਕ ਕਰਮਚਾਰੀ ਨੂੰ ਕੋਵਿਡ-19 ਹੋਣ ਦੇ ਬਾਰੇ ਜ਼ਰੂਰ ਮਾਮਲਾ ਸਾਹਮਣੇ ਆਇਆ ਸੀ, ਜੋ ਕਿ ਇੰਡੀਪੈਂਡੈਂਟ ਸਕੂਲ ਸੀ ਤੇ ਉਸ ਨੂੰ ਤੁਰੰਤ ਬੰਦ ਵੀ ਕਰ ਦਿੱਤਾ ਗਿਆ ਸੀ। ਇਸ ਵਿੱਚ ਜਾਣਕਾਰੀ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਜੋ ਐਸੈਂਸ਼ੀਅਲ ਕਾਮਿਆਂ ਦੇ ਬੱਚੇ ਨੇ ਤੇ ਨਾਲ ਹੀ ਉਹ ਬੱਚੇ ਜਿਨ੍ਹਾਂ ਨੂੰ ਹੋਰ ਜ਼ਿਆਦਾ ਸਹਾਇਤਾ ਦੀ ਲੋੜ ਪੈਂਦੀ ਹੈ, ਉਹਨਾਂ ਦੇ ਵਿੱਚ 5000 ਵਿਦਿਆਰਥੀਆਂ ਲਈ BC 'ਚ ਮਾਰਚ ਤੋਂ ਜੂਨ 2020 ਤੱਕ ਸਕੂਲ ਮੌਜੂਦ ਸਨ ਤੇ ਇਸੇ ਸਮੇਂ ਦੌਰਾਨ 16000 ਪਰਿਵਾਰਾਂ ਦੇ ਲਈ ਇੱਕ ਹਫ਼ਤੇ ਵਿੱਚ ਲਗਭਗ 75000 ਮੀਲਸ ਦਾ ਪ੍ਰਬੰਧ ਕੀਤਾ ਗਿਆ ਤੇ ਵਿਦਿਆਰਥੀਆਂ ਦੇ ਲਈ 23000 ਤਕਨੀਕੀ ਲੋਨ ਦਾ ਪ੍ਰਬੰਧ ਕੀਤਾ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਕਈ ਬੱਚੇ ਜਿਨ੍ਹਾਂ ਨੂੰ ਮਾਪੇ ਨਹੀਂ ਸੀ ਪੜ੍ਹਾ ਸਕਦੇ ਜਾਂ ਫਿਰ ਜਿਨ੍ਹਾਂ ਦੇ ਕੋਲ ਇੰਟਰਨੈਟ ਦੀ ਸਰਵਿਸ ਨਹੀਂ ਸੀ ਜਾਂ ਫਿਰ ਜੋ ਕਿ ਸਕੂਲਾਂ ਦੇ ਵੱਲੋਂ ਵਿੱਤੀ ਮਦਦ ਮਿਲਦੀ ਹੈ ਭੋਜਨ ਨੂੰ ਲੈ ਕੇ ਉਸ ਦੇ ਉੱਤੇ ਨਿਰਭਰ ਕਰਦੇ ਨੇ, ਉਹਨਾਂ ਦਾ ਵੀ ਧਿਆਨ ਰੱਖਿਆ ਗਿਆ ਤੇ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਉਹਨਾਂ ਨੂੰ ਸਕੂਲ ਆਉਣ ਤੇ ਮਿਲਦੀਆਂ ਸਨ ਤੇ ਘਰ ਵਿੱਚ ਨਹੀਂ ਸੀ ਮਿਲ ਸਕਦੀਆਂ। ਇਸ ਨਾਲ ਹੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਭਰ ਵਿੱਚ ਕੋਵਿਡ-19 ਨਾਲ ਸੰਬੰਧਿਤ ਕੀ ਅੰਕੜੇ ਹੋ ਗਏ ਨੇ। ਹਰ ਸੂਬੇ ਤੋਂ ਐਕਟਿਵ ਕੇਸਾਂ ਦੇ ਬਾਰੇ ਦੱਸਾਂਗੇ। ਕੈਨੇਡਾ ਵਿੱਚ ਕੁੱਲ ਕੋਵਿਡ-19 ਦੇ ਮਾਮਲੇ 1,26,22 ਦੇ ਕਰੀਬ ਹੋ ਚੁੱਕੇ ਨੇ, ਜਿਨ੍ਹਾਂ ਵਿੱਚੋਂ 65,425 ਠੀਕ ਵੀ ਹੋ ਚੁੱਕੇ ਨੇ ਤੇ 8504 ਮੌਤਾਂ ਹੋਈਆਂ ਨੇ। ਐਲਬਰਟਾ ਵਿੱਚ ਐਕਟਿਵ ਕੇਸ 506 ਦੱਸੇ ਗਏ ਨੇ ਤੇ 154 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਐਕਟਿਵ ਕੇਸ ਕਰੀਬ 180 ਦੱਸੇ ਗਏ ਨੇ ਤੇ 173 ਮੌਤਾਂ ਹੋਈਆਂ ਨੇ।
2 ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਵੀਆਂ ਮੌਤਾਂ ਦੇ ਅੱਜ ਮਾਮਲੇ ਸਾਹਮਣੇ ਆਏ ਨੇ। ਮੈਨੀਟੋਬਾ ਵਿੱਚ ਐਕਟਿਵ ਕੇਸ ਕਰੀਬ 15 ਦੱਸੇ ਗਏ ਨੇ ਤੇ 7 ਮੌਤਾਂ ਹੋਈਆਂ ਨੇ। ਨਿਊ ਬ੍ਰੰਸਵਿਕ ਦੇ ਵਿੱਚ ਐਕਟਿਵ ਕੇਸ ਕਰੀਬ 16 ਹੋ ਗਏ ਨੇ ਤੇ ਉੱਥੇ ਹੁਣ ਤੱਕ 2 ਮੌਤਾਂ ਹੋਈਆਂ ਨੇ। ਨਿਊ ਫਾਊਂਡਲੈਂਡ ਦੇ ਵਿੱਚ ਇੱਕ ਵੀ ਐਕਟਿਵ ਕੇਸ ਨਹੀਂ ਹੈ ਪਰ 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਦੇ ਵਿੱਚ ਵੀ ਇੱਕ ਵੀ ਐਕਟਿਵ ਕੇਸ ਨਹੀਂ ਹੈ ਪਰ 63 ਮੌਤਾਂ ਹੋਈਆਂ ਨੇ। ਓਨਟਾਰੀਓ ਦੇ ਵਿੱਚ ਐਕਟਿਵ ਕੇਸ ਕਰੀਬ 1988 ਨੇ ਤੇ 2699 ਉੱਥੇ ਹੁਣ ਤੱਕ ਮੌਤਾਂ ਹੋਈਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ ਕੋਈ ਵੀ ਐਕਟਿਵ ਕੇਸ ਨਹੀਂ ਹੈ, ਨਾ ਹੀ ਮੌਤ ਹੋਈ ਹੈ। ਕਿਊਬੈਕ ਦੇ ਵਿੱਚ 25845 ਐਕਟਿਵ ਕੇਸ ਨੇ ਤੇ 5448 ਮੌਤਾਂ ਹੋਈਆਂ ਨੇ। ਸਸਕੈਚਵਨ ਦੇ ਵਿੱਚ ਕਰੀਬ 98 ਐਕਟਿਵ ਕੇਸ ਨੇ ਤੇ 13 ਮੌਤਾਂ ਹੋਈਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਇੱਕ ਵੀ ਐਕਟਿਵ ਕੇਸ ਨਹੀਂ ਹੈ, ਨਾ ਹੀ ਕੋਈ ਯੂਕੌਨ ਦੇ ਵਿੱਚ ਹੈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।